ਵਿਜ਼ਨ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ। ਇੱਕ ਪਾਸੇ ਪੰਜਾਬ 'ਚ ਹੋਏ ਇਨਕਾਊਂਟਰ ਦੀ ਚਰਚਾ, ਉਸ ਦੇ ਨਾਲ ਪੰਜਾਬ ਦੀ ਫਿਕਰਮੰਦੀ ਦੀ ਚਰਚਾ ਕਿ ਕੀ ਪੁਲਿਸ ਪੁਰਾਣੇ ਰੰਗ 'ਚ ਤਾਂ ਨਹੀਂ ਆ ਜਾਏਗੀ। ਪੰਜਾਬ ਨੂੰ ਇਹ ਵੀ ਫਿਕਰ ਤੇ ਪੰਜਾਬ ਨੂੰ ਨਸ਼ਿਆਂ ਔਰ ਨੌਜਵਾਨੀ ਦਾ ਵੀ ਫਿਕਰ, ਜਿਹੜੀ ਲਗਾਤਾਰ ਉਲਟ ਪਾਸੇ ਨੂੰ ਜਾ ਰਹੀ ਆ। ਸੋ ਜਿੱਥੇ ਫਿਕਰਮੰਦੀਆਂ ਦੀ ਚਰਚਾ, ਉੱਥੇ ਇਸ ਵਾਰ ਨਵੇਂ ਰਾਸ਼ਟਰਪਤੀ ਬਣਨ ਦੀ ਵੀ ਖੂਬ ਚਰਚਾ। ਇੱਕ ਆਦੀਵਾਸੀ ਭਾਈਚਾਰੇ ਦੇ ਵਿੱਚੋਂ, ਉਸ ਕਬੀਲੇ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਇੱਕ ਬੀਬੀ ਨੂੰ ਚੁਣਨਾ, ਸੋ ਇਹ ਭਾਰਤ ਦੀ ਇੱਕ ਨਿਵੇਕਲੀ ਪਹਿਲ ਕਦਮੀ ਵੀ ਨਜ਼ਰ ਆਈ। ਪਰ ਉਸ ਸਭ ਦੇ ਨਾਲ ਨਾਲ ਚਰਚਾ ਭਾਰਤੀ ਜਨਤਾ ਪਾਰਟੀ ਦੀ ਖੂਬ ਚੱਲਦੀ ਆ, ਜਿਹਨੇ ਵਿਰੋਧੀ ਧਿਰ ਦੀਆਂ ਵੋਟਾਂ ਵੀ ਤੋੜ ਲਈਆਂ, ਸੂਬਿਆਂ ਦੇ ਵਿੱਚ ਵੀ ਆਪਣੇ ਬਿਨਾਂ ਜਿੱਤਿਆਂ ਵੀ ਸਰਕਾਰਾਂ ਬਣਾ ਲਈਆਂ। ਸੋ ਲਗਾਤਾਰ ਦੇਸ਼ ਨੂੰ ਇੱਕ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਅੱਗੇ ਵੱਧਦੀ ਜਾ ਰਹੀ ਆ। ਅਤੇ ਜੇਕਰ ਅਸੀਂ ਇਸ ਦੇ ਪੈਰਲਲ ਦੂਸਰੀਆਂ ਉਹਨਾਂ ਧਿਰਾਂ ਦੀ ਗੱਲ ਕਰੀਏ, ਚਾਹੇ ਉਹ ਸੱਤਾਧਾਰੀ ਧਿਰਾਂ 'ਚ ਰਹੀਆਂ, ਚਾਹੇ ਰਾਜਨੀਤਿਕ ਪਾਰਟੀਆਂ ਰਹੀਆਂ ਜਾਂ ਸੰਗਠਨ ਰਹੇ, ਖਾਸ ਕਰਕੇ 3 ਖੇਤੀ ਕਾਨੂੰਨ ਵਾਪਸ ਕਰਾਉਣ ਦੇ ਵਿੱਚ ਕਿਸਾਨੀ ਜਥੇਬੰਦੀਆਂ ਦੀ ਜੋ ਭੂਮਿਕਾ ਸੀ, ਜੋ ਇਕਜੁੱਟਤਾ ਸੀ, ਇਕਸੁਰਤਾ ਸੀ, ਜਿਹੜਾ ਇੱਕ ਝੰਡੇ ਐਸਕੇਐਮ ਦੇ ਥੱਲੇ ਇਕੱਠੇ ਸੀ, ਉਹ ਝੰਡੇ ਅਲੱਗ-ਅਲੱਗ ਕਿਉਂ ਹੋਏ? ਉਹ ਕਿਉਂ ਹੁਣ ਟੁੱਟਦੇ ਜਾ ਰਹੇ ਨੇ? ਕਿਹੜੀ ਲੜਾਈ ਹੈ? ਹਉਮੈ ਦੀ ਲੜਾਈ ਹੈ, ਪੈਸੇ ਦੀ ਲੜਾਈ ਹੈ, ਜਾਂ ਮੈਂਬਰਾਂ ਦੀ ਲੜਾਈ ਹੈ, ਜਾਂ ਜਥੇਬੰਦੀਆਂ ਨੂੰ ਲੱਗਦਾ ਕਿ ਹਾਂ ਅਸੀਂ ਆਪਣੇ ਆਪ 'ਚ ਬਹੁਤ ਵੱਡੀਆਂ ਹੋ ਗਈਆਂ? ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਦੇਸ਼ ਦੀਆਂ ਜਥੇਬੰਦੀਆਂ ਕਿੱਥੇ ਖੜੀਆਂ ਨੇ ਅਤੇ ਕਿਸਾਨੀ ਮਸਲੇ ਕਿੱਥੇ ਖੜ੍ਹੇ ਨੇ? ਖਾਸ ਕਰਕੇ ਉਹ MSP ਕਮੇਟੀ ਦੇ ਹਵਾਲੇ ਨਾਲ, ਉਸ ਹਵਾਲੇ ਨਾਲ ਚਰਚਾ ਕਰਾਂਗੇ। ਚਰਚਾ ਕਰਨ ਲਈ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਪੂਰੀ ਪੈਰਵੀ ਵੀ ਕਰਨ ਦੀ ਮਤਲਬ ਕਿ ਤਾਕਤ ਰੱਖਦੇ ਨੇ, ਔਰ ਪਿਛੋਕੜ ਤੋਂ ਵੀ ਜਾਣੂ ਨੇ, ਅਗਲੀਆਂ ਨੀਤੀਆਂ ਤੋਂ ਵੀ ਜਾਣਦੇ ਨੇ, ਸਰਕਾਰੀ ਚਾਲਾਂ ਵੀ ਸਮਝਦੇ ਨੇ। ਅਤੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਭਾਜੀ। ਭਾਜੀ ਸਵਾਗਤ ਕਰਦੇ ਜੀ, ਸ਼ੁਕਰੀਆ ਜੀ। ਭਾਜੀ, ਇੱਕ ਪੰਜਾਬ ਨੂੰ, ਇੱਕ ਦੇਸ਼ ਨੂੰ ਬੜੀ ਉਮੀਦ ਜਾਗੀ ਸੀ ਜਦੋਂ 3 ਖੇਤੀ ਕਾਨੂੰਨਾਂ ਦੀ ਵਾਪਸੀ ਲਈ ਜਥੇਬੰਦੀਆਂ ਇਕੱਠੀਆਂ ਹੋਈਆਂ। ਪਹਿਲਾਂ ਪੰਜਾਬ ਦੀਆਂ, ਫਿਰ ਹਰਿਆਣਾ, ਰਾਜਸਥਾਨ, ਯੂਪੀ ਅਤੇ ਫਿਰ ਦੇਸ਼ ਦੀਆਂ। ਸੋ ਉਹਦੇ ਨਾਲ ਲੱਗਿਆ ਕਿ ਇੱਕ ਤਾਕਤ ਬਣ ਗਈ ਜਿਹੜੀ ਸੱਤਾ ਨਾਲ ਲੜ ਸਕਦੀ ਆ, ਗਲਤ ਫੈਸਲੇ ਖਿਲਾਫ ਡਟ ਸਕਦੀ ਆ। ਲੋਕਾਂ ਨੂੰ ਲੱਗਿਆ ਕਿ ਜਨ ਅੰਦੋਲਨ ਹੈ, ਇਹ ਇਕੱਲੇ ਹੁਣ ਕਿਸਾਨਾਂ ਦੀ ਨਹੀਂ, ਹੋਰ ਲੋਕਾਂ ਦੀ ਵੀ ਗੱਲ ਕਰੇਗਾ। ਪਰ ਉਹ ਜਦੋਂ ਜਿੱਤ ਕੇ ਮੁੜੇ ਤਦ ਆ ਕੇ ਆਪੋ ਆਪਣੇ ਮੱਠਾਂ ਦੇ ਵਿੱਚ, ਆਪੋ ਆਪਣੇ ਮਤਲਬ ਕਿ ਥੰਮਾਂ ਹੇਠ ਇਸ ਤਗਰ ਬਿਖਰੇ ਕਿ ਹੁਣ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਲੜਾਈ ਸਾਡੀ ਲੜ ਸਕਦੇ ਨੇ ਜਾਂ ਆਪਣੀ ਉਹ ਲੜਾਈ ਲੜੀ ਜਾ ਰਹੇ ਨੇ। ਕੋਈ ਕਹਿੰਦਾ ਪੈਸੇ ਖਾ ਲਏ ਸੀ, ਕੋਈ ਕਹਿੰਦਾ ਮੇਰੀ ਜਥੇਬੰਦੀ ਵੱਡੀ ਆ, ਕੋਈ ਕਹਿੰਦਾ ਮੈਂ ਜ਼ਿਆਦਾ ਕੰਮ ਕੀਤਾ। ਜਿਹੜੀ ਆਹ ਲੜਾਈ ਆ, ਕੀ ਤੁਹਾਨੂੰ ਲੱਗਦਾ ਕਿ ਕੇਂਦਰ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਔਰ RSS ਮਜ਼ਬੂਤ ਹੋ ਰਹੀ ਆ, ਔਰ ਲੋਕ ਸੰਗਠਨ ਕਮਜ਼ੋਰ ਹੁੰਦੇ ਜਾ ਰਹੇ ਨੇ, ਔਰ ਲੋਕਾਂ ਨੂੰ ਇਸ ਤੋਂ ਆਸ ਸੀ, ਇਹ ਵੀ ਟੁੱਟਦੇ ਜਾ ਰਹੇ ਨੇ? ਅਸਲ ਦੇ ਵਿੱਚ ਇਹ ਹੈ ਕਿ ਜਿਵੇਂ ਸਿਆਸਤ ਦੇ ਵਿੱਚ ਹੋ ਰਿਹਾ ਨਾ, ਜਿੱਡਾ ਵੱਡਾ ਹਮਲਾ ਹੈ RSS ਦੀ ਪਾਲਿਸੀ ਦਾ, BJP ਦੀ ਮਾਮਲੇ ਦਾ, ਅਤੇ ਉਹ ਖੱਖੜੀਆਂ ਕਰੇਲੇ ਨੇ, ਆਪਸ 'ਚ ਉਲਝਦੇ ਨੇ, ਆਪੋ ਇੱਕ ਦੂਜੇ ਵਿੱਚ ਹੀ ਲੜ ਰਹੇ ਨੇ। ਅਤੇ ਇਹ ਮਤਲਬ ਸਰਕਾਰ ਦੇ ਵਿੱਚ ਦੇ ਕੋਲ ਕੋਈ ਸਿਰਦਰਦੀ ਉਹ ਨਹੀਂ ਵਿਰੋਧੀ ਧਿਰ ਬਣ ਰਹੀ ਕਿਸੇ ਵੀ ਟਾਈਪ ਦੀ। ਉਹਨੂੰ ਉਹ ਜੋ ਮਰਜ਼ੀ ਮਨਮਰਜ਼ੀ ਕਰਦੇ ਰਹਿਣ ਜਾਣ, ਅਤੇ ਕੋਈ ਸਿਰਦਰਦੀ। ਉਸੇ ਤਰੀਕੇ ਦੇ ਨਾਲ ਜਿਹੜੀਆਂ ਮੂਵਮੈਂਟਾਂ ਨੇ, ਜਨਤਕ ਮੂਵਮੈਂਟਾਂ ਨੇ, ਜਨਤਕ ਮੂਵਮੈਂਟਾਂ ਦੇ ਵਿੱਚ ਕਿਸਾਨ ਅੰਦੋਲਨ ਨੇ ਇੱਕ ਫਰਕ ਪਾਇਆ ਸੀ। ਉਹ ਕਿਉਂ ਪਾਇਆ ਸੀ? ਉਹਦੇ ਪਿੱਛੇ ਇੱਕ ਬੜੀ ਵੱਡੀ ਵਜ੍ਹਾ ਸੀ। ਬਟ ਸਭ ਤੋਂ ਵੱਡੀ ਉਹਦੇ 'ਚ ਵਜ੍ਹਾ ਇਹ ਸੀ ਕਿ ਸਾਰੇ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਸਾਡੀ ਆਰ ਪਾਰ ਦੀ ਲੜਾਈ ਹੈ, ਸਾਡੀ ਹੋਂਦ ਦਾ ਅੰਦੋਲਨ ਹੈ। ਉਹ ਲੋਕਾਂ ਦਾ ਇੱਕ ਚੱਲ ਰਹੇ ਪ੍ਰੈਸ਼ਰ ਦੇ ਵਿੱਚ ਇੱਕ ਇਹ ਜਿਹੜੀ ਚੀਜ਼ ਸਾਹਮਣੇ ਉੱਭਰ ਕੇ ਆਈ, ਉਹਨੇ ਸਾਰੀਆਂ ਜਥੇਬੰਦੀਆਂ ਨੂੰ ਇੱਕ ਕਰਨ ਦੇ ਵਿੱਚ ਭੂਮਿਕਾ ਜਿਹੜੀ ਬੜੇ ਵੱਡੇ ਪੱਧਰ 'ਤੇ ਨਿਭਾਈ। ਕੋਈ ਵੱਡੀ ਜਥੇਬੰਦੀ ਹੈ, ਕੋਈ ਛੋਟੀ ਜਥੇਬੰਦੀ ਹੈ, ਕੋਈ ਕਾਮਰੇਡ ਜਥੇਬੰਦੀ ਹੈ, ਕੋਈ ਸਰਕਾਰੀ ਜਥੇਬੰਦੀ ਹੈ, ਕੋਈ ਬਿਨਾਂ ਸਰਕਾਰੀ ਜਥੇਬੰਦੀ ਹੈ, ਕੋਈ ਕਿਸੇ ਹੈ, ਪੰਥਕ ਹੈ, ਉਹ ਜਿਹੜੀ ਮਰਜ਼ੀ ਜਥੇਬੰਦੀ ਸੀ। ਦੂਜੀ ਗੱਲ, ਉਹਨੇ ਵਿਚਾਰਧਾਰਾਵਾਂ ਦੇ ਵਖਰੇਵਿਆਂ ਦੇ ਬਾਵਜੂਦ ਇਕੱਠੇ ਕੀਤੇ। ਉਹਨੇ ਲੀਡਰਾਂ ਦੇ ਹੰਕਾਰ ਨੂੰ ਵੀ ਮੋਲਡ ਕੀਤਾ ਕਿ ਤੁਸੀਂ ਹੰਕਾਰੀ ਦੀ ਵੀ ਮੈਂ ਦੁੱਧ ਧੋਤਾ, ਫਲਾਨਾ ਕਰਪਟ ਹੈ, ਮੈਂ ਵੱਡਾ ਲੀਡਰ ਹਾਂ, ਫਲਾਨਾ ਛੋਟਾ ਲੀਡਰ ਹੈ, ਮੇਰੀ ਸਮਝ ਜ਼ਿਆਦਾ ਹੈ, ਫਲਾਣੇ ਦੀ ਘੱਟ ਹੈ। ਔਰ ਇਹ ਗੱਲਾਂ ਜਿਹੜੀਆਂ ਜਦੋਂ ਛੱਡੀਆਂ ਤਾਂ ਲੋਕਾਂ 'ਚ ਇੱਕ ਹੁਲਾਰਾ ਇਹਨੇ ਮੋੜਵੇਂ ਰੂਪ 'ਚ ਵੀ ਦਿੱਤਾ ਕਿ ਹੁਣ ਸਭ ਇਕੱਠੇ ਹੋ ਗਏ, ਹੁਣ ਅਸੀਂ ਇਹ ਅੰਦੋਲਨ ਜਿੱਤ ਲਾਂਗੇ। ਇੱਕ ਅਹਿਸਾਸ ਲੋਕਾਂ ਦੇ ਵਿੱਚ ਆਇਆ, ਔਰ ਇਸੇ ਕਰਕੇ 1 ਸਾਲ ਤੋਂ ਲੰਮਾ ਉਹ ਅੰਦੋਲਨ ਆਇਆ। ਪਹਿਲੀ ਵਾਰ ਹੋਇਆ ਕਿ ਪ੍ਰਧਾਨ ਮੰਤਰੀ ਨੂੰ ਵਿਦਡਰਾ ਕਰਨਾ ਪਿਆ, ਚਾਹੇ ਉਹਨੇ ਗੱਲਬਾਤ ਨਹੀਂ ਕੀਤੀ, ਆਪਦੇ ਆਪ ਹੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੌਰਮੈਂਟ ਦਾ ਪਿੱਛੇ ਹਟ ਜਾਣਾ ਕਿਸੇ ਬੜੀ ਵੱਡੀ ਗੱਲ 'ਤੇ, ਜਦੋਂ ਉਹ ਅੱਗੇ ਵੱਧਦੇ ਜਾ ਰਹੇ ਸੀ ਸਾਰੇ ਮਾਮਲਿਆਂ ਦੇ ਵਿੱਚ, ਇਹਦੇ 'ਤੇ ਇੱਕ ਰੋਕ ਲਾ ਦੇਣ ਦਾ ਇੱਕ ਬਹੁਤ ਵੱਡਾ ਅੰਦੋਲਨ ਜਿਹਨੇ ਦੇਸ਼ ਦੁਨੀਆ ਦੇ ਵਿੱਚ ਇੱਕ ਅਸਰ ਛੱਡਿਆ। ਪਰ ਉੱਥੋਂ ਆਉਂਦੇ ਹੀ, ਵੈਸੇ ਤਾਂ ਉੱਥੇ ਵੀ ਇਹ ਲੜਕੇ ਆ ਜਾਂਦੇ ਜੇ ਪਿੱਛੇ ਲੋਕਾਂ ਦਾ ਪ੍ਰੈਸ਼ਰ ਹੁੰਦਾ, ਔਰ ਲੋਕ ਇਸ ਢੰਗ ਨਾਲ, ਲੋਕਾਂ ਦੀ ਨਜ਼ਰ ਸੀ ਸਾਰੇ ਅੰਦੋਲਨ ਦੇ ਉੱਤੇ ਕਿ ਜਿਹੜੀ ਧਿਰ ਨੇ ਜਾਂ ਜਿਹੜੇ ਬੰਦੇ ਨੇ ਗੜਬੜ ਕੀਤਾ, ਉੱਥੇ ਕਰਦੇ ਵੀ ਇਹੀ ਰਹੇ ਕਿ ਜਿਹਦੇ ਤੋਂ ਕੋਈ ਗੜਬੜ ਹੋਈ ਉਹਨੂੰ ਕੱਢ ਦਿੰਦੇ ਸੀ 5 ਦਿਨ ਲਈ, ਸਬਤ ਲਈ, 10 ਲਈ, 15 ਦਿਨ ਲਈ, ਜਿਹੋ ਜਿਹੀ ਵੀ ਕੋਈ ਗਲਤੀਆਂ ਹੋਈਆਂ ਉਹ ਜੇ ਕੱਢਦੇ ਰਹੇ ਸਾਰਿਆਂ ਨੂੰ। ਔਰ ਉਹ ਮੰਨਦਾ ਵੀ ਰਿਹਾ। ਜਿਹੜਾ ਬੰਦਾ ਅਲੱਗ ਸੀ
ਉਹ ਇਹ ਹਿੰਮਤ ਨਹੀਂ ਕਰ ਸਕਿਆ ਜਿਵੇਂ ਅੱਜ ਵਾਂਗ ਵੀ ਐਂ ਚੱਲਦਾ ਕੋਈ ਨਾ, ਮੈਂ ਤਾਂ ਅਲੱਗ, ਮੈਂ ਤੁਹਾਡੇ ਤੋਂ ਕੀ ਲੈਣਾ, ਮੈਂ ਆਪਣੇ ਡੌਰੀ ਵਜਾਊ। ਉਹਨੂੰ ਉਹਦੇ ਤੇ ਲੋਕਾਂ ਦਾ ਪ੍ਰੈਸ਼ਰ ਸੀ ਕਿ ਵਾਪਸ ਰਹਿ, ਮੈਂ ਵਾਪਸ ਉਸ ਲੈਵਲ ਤੇ ਨਹੀਂ। ਇਹ ਜਨਤਕ, ਇਹ ਸੰਗਤੀ ਪ੍ਰੈਸ਼ਰ ਹੁੰਦਾ ਜਿਹੜਾ ਉਹ ਬੰਨਿਆ। ਉੱਥੋਂ ਵਾਪਸ ਆਉਣ ਤੋਂ ਬਾਅਦ ਹੁਣ ਕਈ ਤਾਂ ਇਹ ਕਹਿਣ ਲੱਗ ਗਿਆ ਕਿ ਵੀ ਉੱਥੇ ਉੱਠ ਕੇ ਕਿਉਂ ਆਏ ਜੀ, ਉਹਨਾਂ ਚਿਰ ਆਉਣਾ ਨਹੀਂ ਸੀ ਚਾਹੀਦਾ ਤੇ ਉੱਥੇ ਰਹਿਣਾ ਚਾਹੀਦਾ ਸੀ ਜਾਂ ਫਲਾਨਾ ਸੀ। ਮੈਨੂੰ ਇਹ ਲੱਗਦਾ ਹੁੰਦਾ ਕਿ ਮੌਕੇ ਦੇ ਹਾਲਾਤ ਤੋਂ ਟੁੱਟ ਕੇ ਜਦੋਂ ਆ ਕੇ ਅਸੀਂ ਦੇਖਦੇ ਹਾਂ ਉਹਦੇ ਦੇ ਹਾਲਾਤ ਨਾਲ ਮੇਚ ਖਾਂਦੇ ਹਾਂ ਕਿ ਕਿੰਨਾ ਚਿਰ ਅੰਦੋਲਨ ਖਿੱਚਿਆ ਜਾ ਸਕਦਾ, ਕਿੰਨਾ ਚਿਰ ਨਹੀਂ ਹੈ, ਕਿੰਨਾ ਚਿਰ ਲੋਕ ਹੋਰ ਸਪੋਰਟ ਕਰ ਸਕਦੇ ਨੇ, ਕਿੰਨਾ ਚਿਰ ਨਹੀਂ ਹੈ। ਇਹ ਵੀ ਬਚਕਾਨਾ ਰਿਵਿਊ ਹੁੰਦੇ ਨੇ। ਜਦ ਤਾਂ ਰਿਵਿਊ ਬੈਠ ਕੇ ਹੋਣ ਉਦੋਂ ਦੇ ਹਾਲਾਤ ਦੇ, ਇੱਕ ਦੂਜੇ ਨਾਲ ਸੰਵਾਦ, ਕੋਈ ਸੀਰੀਅਸ ਮੀਟਿੰਗ, ਕੋਈ ਸੀਰੀਅਸ ਸੈਮੀਨਾਰ, ਉਹਦੇ 'ਚੋਂ ਕੋਈ ਗੱਲਾਂ ਉੱਭਰਦੀਆਂ ਹੋਣ, ਫਿਰ ਤਾਂ ਚਲੋ ਤੁਸੀਂ ਕੋਈ ਅੰਦਾਜ਼ੇ ਲਾਉਂਦੇ ਹੋ। ਮੈਨੂੰ ਸੁਪਨਾ ਆਉਂਦਾ ਰਾਤ ਨੂੰ ਜਾਂ ਮੇਰੀ ਮਨ ਮੰਨਿਆ ਸੀ, ਇਹ ਤਾਂ ਕੋਈ ਮਤਲਬ ਨਹੀਂ ਹੁੰਦਾ ਨਾ ਕਿ ਮੈਨੂੰ ਲੱਗਦਾ ਸੀ ਮੈਂ ਕਰ ਲਿਆ। ਇਹ ਜਿਹੜੀਆਂ ਆ ਕੇ ਗੱਲਾਂ ਫਿਰ ਇੱਕ ਗੱਲ ਹੋਰ ਜਿਹੜੀ ਉਦੋਂ ਬਾਅਦ ਆ ਕੇ ਚਲੋ ਚੋਣਾਂ 'ਚ ਕੋਈ ਚਲਾ ਗਿਆ, ਕੋਈ ਨਹੀਂ ਚਲਾ ਗਿਆ ਜਾਂ ਬਾਕੀ ਹੈ ਕੀ ਹੁਣ ਕੇਵਲ ਚੋਣਾਂ 'ਚ ਜਾਣ ਵਾਲੀਆਂ ਜਥੇਬੰਦੀਆਂ ਅੱਡ ਨੇ? ਜੇ 3 SKM ਬਣ ਗਏ ਆਪਦੇ ਲੈਵਲ ਤੇ, ਜਿਹੜੇ ਆਪਣੇ ਆਪ 'ਚ ਦੱਸੋ। ਇੱਕ ਡੱਲੇਆਲ ਦੀ ਅਗਵਾਈ 'ਚੋਂ ਕਹਿੰਦਾ ਮੇਰਾ ਪ੍ਰੈਕਟਿਸ 'ਚ ਲਿਖਤਾ ਇਹ ਨਾਨ ਪੋਲੀਟੀਕਲ, ਉਹ ਇੱਕ ਉਹ ਬਾਕੀ ਜਥੇਬੰਦੀਆਂ ਨੂੰ ਮਿਲਾ ਕੇ ਦੁਬਾਰਾ ਚਲਾ ਗਿਆ। ਇੱਕ ਰਾਜੇਵਾਲ ਉਹਨਾਂ ਦਾ ਆਪਣਾ ਬਣ ਗਿਆ ਹੈ ਨਾ। ਜਿਹੜੇ ਵੱਖ-ਵੱਖ ਟਾਈਪ ਦੇ ਹੋਰ ਜਿੰਨੇ ਨੇ ਉਹ ਆਪਣੇ ਢੰਗ ਨਾਲ ਹੈ। ਇਹਦਾ ਮਤਲਬ ਹੁਣ ਕੀ ਹੋ ਗਿਆ ਤੁਹਾਨੂੰ? ਕਿਸਾਨੀ ਪੰਜਾਬ ਦੇ ਸੀਰੀਅਸ ਮੁੱਦਿਆਂ ਦੀ ਬਜਾਏ ਤੁਹਾਡੀ ਆਪਣੀ ਹਉਮੈ, ਤੁਹਾਡੀ ਆਪਣੀ ਵਿਚਾਰਧਾਰਾ, ਤੁਹਾਡਾ ਆਪਣਾ ਜਿਹੜਾ ਇੱਕ ਹੰਕਾਰ ਹੈ ਉਹ ਭਾਰੂ ਪੈਂਦਾ ਨਜ਼ਰ ਆ ਰਿਹਾ ਦੁਬਾਰਾ। ਤੁਹਾਡੀ ਜਿਹੜੀ ਇੱਕ ਗੰਭੀਰਤਾ ਹੁੰਦੀ ਹੈ ਕਿ ਮੇਰੇ ਲਈ ਮੁੱਦਾ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਲੋਕਾਂ ਦੀ ਮੋਬਿਲਾਈਜੇਸ਼ਨ, ਲੋਕਾਂ ਦਾ ਅੰਦੋਲਨ ਅੱਗੇ ਚਲਾਉਣਾ ਸਭ ਤੋਂ ਬੜੀ ਚੀਜ਼ ਹੈ, ਉਹ ਪਿੱਛੇ ਛੁੱਟ ਗਿਆ ਕਿਸੇ ਨਾ ਕਿਸੇ ਰੂਪ 'ਚ। ਹੁਣ ਜਿੰਨੇ ਹੋ ਰਹੇ ਨੇ ਤੁਸੀਂ ਬਿਆਨ ਪੜ੍ਹੋ, ਇੱਕ ਦੂਜੇ ਤੇ ਇਲਜ਼ਾਮ ਬਾਜੀ। ਪਹਿਲਾਂ ਵੀ ਪਤਾ ਸਾਰੇ ਵੱਖਰੇ ਸੀ, ਪਤਾ ਹੀ ਸੀ, ਇੱਥੋਂ ਵੀ ਤਾਂ ਵੱਖਰੇ ਹੀ ਗਏ ਸੀ ਔਰ ਪਹਿਲਾਂ ਵੀ ਪਤਾ ਸੀ ਕਿਹੜਾ ਬੰਦਾ ਕਿਹੜੇ ਸਰਕਾਰ ਨਾਲ ਗੱਲ ਕਰਦਾ, ਕਿਹੜੀ ਨਾਲ ਨਹੀਂ ਕਰਦਾ, ਕਿਹਦੇ ਨਾਲ ਪੁੱਗਦੀ ਹੈ, ਨਹੀਂ ਪੁੱਗਦੀ। ਜਿਹੜੀਆਂ ਹਵਾ 'ਚ ਹੀ ਡਾਂਗਾ ਮਾਰ ਕੇ ਜਿਹੜੀਆਂ ਉਸ ਤਰੀਕੇ ਨਾਲ ਤਾਂ ਚਲਾਇਆ ਨਹੀਂ ਜਾ ਸਕਦਾ ਨਾ ਜਿਹੜਾ ਸਿਸਟਮ ਹੈ। ਔਰ ਜਦੋਂ ਤੁਸੀਂ ਹੁਣ ਕਰਦੇ, ਜਥੇਬੰਦੀਆਂ ਟੁੱਟ ਰਹੀਆਂ ਨੇ, ਆ ਕੇ ਟੁੱਟੀਆਂ। ਮੈਂ ਹਮੀਰ ਭਾਜੀ ਇਹੀ ਜਾਣਨਾ ਚਾਹੁੰਦਾ, ਇੱਕ ਪਾਸੇ ਲੋਕ ਪ੍ਰੈਸ਼ਰ ਕਾਰਨ ਉੱਥੇ ਇਕੱਠੇ ਰਹਿਣਾ ਮਜਬੂਰੀ ਸੀ, ਉਸ ਮੁੱਦੇ ਤੇ ਕੇਂਦਰਿਤ ਰਹਿਣਾ ਮਜਬੂਰੀ ਸੀ। ਦੂਏ ਪਾਸੇ ਪਤਾ ਲੱਗ ਰਿਹਾ ਕਿ ਉੱਥੇ ਵੀ ਇੱਕ ਦੂਜੇ ਦੇ ਕੈਡਰ ਤੋੜਨ ਦੀ ਉੱਥੇ ਹੀ ਕਵਾਇਦ ਸ਼ੁਰੂ ਹੋ ਗਈ ਸੀ ਕਿ ਇਹਦੇ ਬੰਦੇ ਮੇਰੇ ਨਾਲ ਆ ਰਹੇ ਨੇ, ਇਹਦੇ ਬੰਦੇ ਉਹਦੇ ਨਾਲ ਜਾ ਰਹੇ ਨੇ, 4 ਟਰੈਲੀਆਂ ਦੇ ਬੈਨਰ ਹੁਣ ਸਾਡਾ ਲੱਗ ਜਾਣਾ, ਇਹਨਾਂ ਦਾ ਲੱਗ ਜਾਣਾ। ਉੱਥੇ ਕਵਾਇਦ ਸ਼ੁਰੂ ਹੋ ਗਈ ਔਰ ਉਰੇ ਆ ਕੇ ਉਹਨਾਂ ਜਥੇਬੰਦੀਆਂ 'ਚੋਂ ਜਿਹੜੀਆਂ ਵੱਡੀਆਂ ਨਾਮੀ ਜਥੇਬੰਦੀਆਂ ਕਹਾਉਂਦੀਆਂ ਸੀ ਉਹਨਾਂ 'ਚੋਂ 2-2 3-3 ਬਣ ਗਈਆਂ। ਜਿਵੇਂ ਰਾਜੇਵਾਲ ਹੋਰਾਂ ਵਾਲੀ ਵੀ ਟੁੱਟੀ, ਦਰਸ਼ਨ ਪਾਨੋਂ ਵਾਲੀ ਵੀ ਟੁੱਟੀ, ਹੋਰਾਂ 'ਚੋਂ ਵੀ ਨਿਕਲ ਕੇ ਇੱਧਰ ਉੱਧਰ ਬੰਦੇ ਗਏ। ਇਹ ਟੁੱਟਣਾ ਅਤੇ ਫਿਰ ਹੁਣ ਪੈਸੇ ਨੂੰ ਲੈ ਕੇ ਇੱਕ ਦੂਜੇ ਦੇ ਦੋਸ਼ ਲਾਉਣਾ। ਸੋ ਇਸ ਨੂੰ ਕਿਵੇਂ ਦੇਖਦੇ ਹੋ ਫਿਰ? ਨਹੀਂ, ਮੈਨੂੰ ਲੱਗਦਾ ਕਿ ਬਿਲਕੁਲ ਹੀ ਗੈਰ ਵਾਜਬ। ਉਹਦਾ ਕਾਰਨ ਹੈ ਜੇ ਪੈਸੇ ਦਾ ਮਾਮਲਾ ਹੈ। ਜਿਹੜੇ ਬੰਦਿਆਂ ਕੋਲ ਪੈਸੇ ਸੀ ਉਹਨਾਂ ਦੀ ਮੀਟਿੰਗ ਸੱਦ ਲਓ ਤੁਸੀਂ, ਸਾਰੇ ਇਕੱਠੇ ਹੋ ਕੇ ਬੁਲਾਓ। ਨਹੀਂ ਆਉਂਦੇ ਤਾਂ ਤੁਸੀਂ ਦੱਸੋ ਕਿ ਇਹਨਾਂ ਨੇ ਹਿਸਾਬ ਕਿਤਾਬ ਦੇਣਾ ਸੀ, ਨਹੀਂ ਦਿੱਤਾ ਜੀ। ਉੱਥੇ ਉਹ ਕਹਿੰਦੇ ਸੀ ਹਿਸਾਬ ਪੜ੍ਹ ਕੇ ਆਏ ਆ ਸਰ, ਉਹ ਹਿਸਾਬ ਪੜ੍ਹ ਕੇ ਆਏ ਆ, ਪਰ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜਾ ਅਜੇ ਆਉਣਾ ਇੱਧਰ ਉੱਧਰੋਂ ਕਰਨਾ ਅਸੀਂ ਉਹਦਾ ਹਿਸਾਬ ਦਿਆਂਗੇ। ਤੇ ਉਹਦੇ ਹਿਸਾਬ ਦੇ ਲਈ ਜਿਹੜੇ ਵੀ ਬੰਦੇ ਸੀ ਵਿੱਚ ਬੈਠ ਕੇ ਤੁਸੀਂ ਇੱਕ ਸਾਂਝੀ ਮੀਟਿੰਗ ਸੱਦੋ, ਦੱਸੋ ਭਾਈ ਹਿਸਾਬ ਦਿਓ। ਜੇ ਉਹਦਾ ਹਿਸਾਬ ਕਿਤਾਬ ਨਹੀਂ ਹੈ, ਨਹੀਂ ਦਿੰਦੇ ਤਾਂ ਉਹ ਅਲੱਗ ਸਵਾਲ ਹੈ। ਉਧਰੋਂ ਦੂਜੇ ਪਾਸੇ ਵਾਲੇ ਕਹਿੰਦੇ ਨੇ ਕਿ ਜਿਹੜਾ ਲੀਡਰ ਇਲਜ਼ਾਮ ਲਾ ਰਿਹਾ ਹੈ ਉਹ ਇੰਨੇ ਲੱਖ ਦਾ ਹਿਸਾਬ ਦੇਵੇ, ਉਹ ਤੋਂ ਅਸੀਂ ਵਾਊਚਰ ਮੰਗਦੇ ਆ ਤੇ ਉਹ ਵਾਊਚਰ ਨਹੀਂ ਦੇ ਰਹੇ। ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ। ਇੱਕ ਦੂਜੇ ਤੇ ਦੋਸ਼ ਨਹੀਂ, ਪਹਿਲਾਂ ਮੀਟਿੰਗ ਸੱਦ ਕੇ ਦੇਖ ਲਓ, ਕੰਕਰੀਟ ਤੱਥ ਪਤਾ ਕਰੋ, ਫਿਰ ਜਿਹਦੇ ਤੇ ਕੋਈ ਇਲਜ਼ਾਮ ਵੀ ਲੱਗਦਾ ਜਾਂ ਜੋ ਵੀ ਗੱਲਾਂ ਲੱਗਦੀਆਂ ਨੇ ਉਹ ਆਪਸ ਦੇ ਵਿੱਚ ਬੈਠ ਕੇ ਡਿਸਾਈਡ ਕਰਕੇ ਉਹਨੂੰ ਜਾਂ ਤਾਂ ਕਹੋ ਕਿ ਪੂਰਾ ਕਰ, ਜੇ ਨਹੀਂ ਕਰਦਾ ਤਾਂ ਲੋਕਾਂ 'ਚ ਤੁਸੀਂ ਦੱਸ ਵੀ ਸਕਦੇ ਹੋ ਕਿ ਇਹ ਗੱਲਾਂ ਨੇ, ਆਹ ਚੀਜ਼ਾਂ ਨੇ। ਔਰ ਬਿਨਾਂ ਕਿਸੇ ਜਾਣਕਾਰੀ ਤੋਂ ਆਪਦੀ ਇਕੱਲੀ ਜਾਣਕਾਰੀ ਲੈਣਾ ਮੇਰੇ ਕੋਲ ਹੈਗੀ ਸਮੁੱਚਤਾ ਦੇ ਵਿੱਚ ਮੇਰਾ ਖਿਆਲ ਹੈ ਬੈਠਣਾ ਚਾਹੀਦਾ। ਦੂਜੀ ਗੱਲ ਇਹ ਵੀ ਜਿਹਨੇ ਇਲਜ਼ਾਮ ਲਾਇਆ ਵੀ ਉਹਨੂੰ ਵੀ ਛੱਡ ਕੇ ਤਾਂ ਦੂਜੀਆਂ ਧਿਰਾਂ ਇਕੱਠੀਆਂ ਹੋ ਜਾਂਦੀਆਂ, ਉਹ ਵੀ ਇਕੱਠੀਆਂ ਹੋ ਰਹੀਆਂ। ਉਹ ਇਕੱਠੀਆਂ ਹੋ ਕੇ ਇਹ ਕਹਿੰਦੀਆਂ ਕਿ ਭਾਈ ਆਹ ਹਿਸਾਬ ਕਿਤਾਬ ਬੜਾ ਤਪਾ ਨਬੇੜੀਏ, ਉੱਥੇ ਇੰਨੇ ਪੈਸੇ ਆਏ ਸੀ ਸਾਡੇ ਕੋਲ ਪਤਾ ਲੱਗ ਗਿਆ ਤੇ ਆਹ ਸਾਡੇ ਕੋਲ ਬਚਦੇ ਸੀ। ਜਿਹੜਾ ਬਚਦੇ ਕਹਿੰਦੇ ਨੇ ਨਾ, ਜਿਹੜਾ ਬਚਦਾ ਵੀ ਉਹਨਾਂ ਨੇ ਕਿਹਾ ਸੀ, ਉਹ ਹੁਣ ਆ ਪਿਆ। ਇਹ ਕਿਹੜੇ ਅੰਦੋਲਨ ਤੇ ਲੱਗਣਾ? ਇਹ ਕੱਲੀ ਜਥੇਬੰਦੀਆਂ ਦਾ ਤਾਂ ਅੰਦੋਲਨ ਨਹੀਂ ਸੀ, ਇਹ ਸਮੁੱਚਤਾ ਦੇ ਵਿੱਚ ਸੀਗਾ। ਔਰ ਇਹਦਾ ਆਪਾਂ ਸਾਰਾ ਹਾਊਸ ਮਿਲ ਕੇ ਜਿਹੜੇ ਬੰਦੇ ਵੀ ਸਾਰੇ ਅੰਦੋਲਨ ਦੇ ਵਿੱਚ ਸੀਗੇ, ਉਹ ਜਥੇਬੰਦੀਆਂ, ਉਹ ਆਪਾਂ ਫੈਸਲਾ ਕਰ ਲਈਏ ਕਿ ਇਹਦਾ ਕੀ ਕਰਨਾ। ਔਰ ਇਹਦੇ ਤੇ ਇਦੋਂ ਵੱਡੇ ਜਿਹੜੇ ਸਵਾਲ ਨੇ, ਇਸੇ ਕਰਕੇ ਅਸੀਂ ਨਾ ਸਮਝ ਪਾਉਂਦੇ ਆ, ਨਾ ਬੌਧਿਕ ਤੌਰ ਤੇ ਕੋਈ ਆ ਕੇ ਸੈਮੀਨਾਰ, ਕੋਈ ਲੋਕਾਂ ਨਾਲ ਵਿਚਾਰ, ਕੋਈ ਮੁਹਾਰਤ, ਕੋਈ ਮਹਾਰਾਜ ਨਾਲ ਗੱਲਬਾਤ ਕਿ ਹੁਣ ਅੱਗੇ ਨੂੰ ਕਿਵੇਂ। ਇਹ ਸਭ ਨੂੰ ਪਤਾ ਸੀ ਉਦੋਂ ਤੋਂ ਲੈ ਕੇ ਕਿ ਪ੍ਰਧਾਨ ਮੰਤਰੀ ਨੇ ਜਿਸ ਮਾਨਸਿਕਤਾ ਨਾਲ ਉਹਨੂੰ ਵਾਪਸ ਲਿਆ, ਉਹ ਨਵੇਂ ਰੂਪ ਚ ਆਉਣਗੇ, ਉਹਨਾਂ ਨੇ ਉਹੀ ਪ੍ਰਚਲਿਤ ਲਾਗੂ ਹੋਣਾ ਉਸੇ ਤਰੀਕੇ ਦੇ ਨਾਲ। ਔਰ ਜਿਹੜੇ ਤਰੀਕੇ ਦੇ ਨਾਲ ਬੀਜੇਪੀ ਦੇ ਸਾਰੇ ਬੰਦੇ ਕਹਿ ਰਹੇ ਨੇ, ਪ੍ਰਧਾਨ ਮੰਤਰੀ ਨੇ ਕਿਹਾ ਕੀ ਸੀ ਉਦੋਂ ਕਿ ਅਸੀਂ ਸਮਝਾਉਣ 'ਚ ਨਾਕਾਮਯਾਬ ਹੋਏ, ਐਂ ਥੋੜ੍ਹੀ ਕਿਹਾ ਸੀ ਮਾਫੀ। ਇਹ ਆ ਕੇ ਕਹਿਣ ਲੱਗ ਗਏ ਪ੍ਰਧਾਨ ਮੰਤਰੀ ਨੂੰ ਮਾਫੀ ਮੰਗਣੀ ਪਈ। ਉਹਨੇ ਮਾਫੀ ਉਹਨਾਂ ਲੋਕਾਂ ਤੋਂ ਮੰਗੀ ਹੈ ਕਿ ਤੁਸੀਂ ਸਾਡੇ ਨਾਲ ਸਹਿਮਤ ਸੀ, ਅਸੀਂ ਇਹਨਾਂ ਨੂੰ ਨਹੀਂ ਸਮਝਾ ਪਾਏ।
ਜਿਹੜੇ ਬਾਕੀ ਦੇ ਬੰਦੇ ਨੇ, ਹੈ ਨਾ। ਇੱਕ ਤਾਂ ਤੱਥਾਂ ਨੂੰ ਤੋੜ ਮਰੋੜ ਨਾਲ ਤੁਹਾਡਾ ਫਾਇਦਾ ਨਹੀਂ ਹੋਣਾ, ਤੁਹਾਡਾ ਨੁਕਸਾਨ ਹੋਣਾ ਹੈ ਜਦੋਂ ਵੀ ਹੁੰਦਾ। ਦੂਜੀ ਗੱਲ ਇਹ ਹੈ ਕਿ ਜੇ ਉਹ ਸਾਰੀ ਸਰਕਾਰ ਉਸ ਤੰਤਰ ਤੇ ਲੱਗੀ ਆ, ਜਿਹੜੀ ਕਮੇਟੀ ਬਣਾਈ ਹੈ ਚ ਸਾਬਤ ਹੋ ਰਿਹਾ ਹਾਂ ਕਿ ਉਹ ਤਾਂ ਸਾਰੇ ਉਹੀ ਨੇ, ਮੈਂ ਸਾਰੇ ਬੰਦੇ ਉਹ ਨੇ ਤੇ ਜਿਹੜੇ ਉਸ ਪੱਧਰ ਦੇ ਉੱਤੇ ਜਾਂਦੇ ਨੇ। ਵੈਸੇ ਤਾਂ ਜੇ ਦੇਖਿਆ ਜਾਵੇ, ਜਿਹੜਾ ਉਹ ਖੇਤੀਬਾੜੀ ਵਾਲਾ ਸੈਕਟਰੀ ਹੈ ਜਿਹਨੂੰ ਮੁਖੀ ਬਣਾਇਆ ਅਗਰਵਾਲ ਨੂੰ, ਸੰਜੇ ਅਗਰਵਾਲ ਨੂੰ, ਤੇ ਆਪਾਂ ਹਾਈ ਕੋਰਟ ਦੇ ਵਿੱਚ ਹੁਣ ਵਿਕਰਮ ਮਜੀਠੀਆ ਦਾ ਕੇਸ ਜਾਂ ਕਈ ਜਾਂਦੇ ਸੀ, ਕਈ ਜੱਜ ਵਾਪਸ ਹੋ ਗਏ ਨਾ, ਉਹ ਕਹਿੰਦਾ ਮੈਂ ਉਦੋਂ ਦਾ ਵਕੀਲ ਸੀ। ਤੇ ਹੁਣ ਕਮੇਟੀ ਚੋਂ ਸੰਜੇ ਅਗਰਵਾਲ ਦੀ ਤਾਂ ਐਡਾ ਵੀ ਅਖਲਾਕ ਨਹੀਂ, ਉਹ ਕਹੇ ਕਿ ਨਹੀਂ ਭਾਈ ਮੈਂ ਉਦੋਂ ਇੱਕ ਪਾਸੇ ਸੀ, ਮੈਂ ਦੂਜੇ ਪਾਸੇ ਸੀ, ਇਸ ਲਈ ਕਮੇਟੀ 'ਚ ਸ਼ਾਇਦ ਮੈਂ ਰੋਲ ਨਾ ਨਿਭਾ ਸਕਾਂ, ਮੈਂ ਪਿੱਛੇ ਹਟ ਜਾ, ਦਮ ਨਹੀਂ ਛੱਡਣਾ, ਦਮ ਨਹੀਂ। ਤੁਸੀਂ ਨਿਊਟਰਲ ਟਾਈਪ ਦੇ ਬੰਦੇ ਉਹ ਤਾਂ ਲਾਇਆ ਗਿਆ ਨਾ ਹਮੀਰ ਭਾਜੀ ਸਪੈਸ਼ਲ, ਨਹੀਂ ਲਾਏ ਤਾਂ ਜਾਂਦੇ ਨੇ। ਚੀਫ ਜਸਟਿਸ ਜੱਜ ਨੂੰ ਕਹਿੰਦਾ ਤੂੰ ਬੈਂਚ ਤੇ, ਪਰ ਉਹਨੂੰ ਦਰਖਾਸਤ ਕਰਦਾ ਜੀ ਮੈਂ ਕਿਰਪਾ ਕਰਕੇ ਮੈਨੂੰ, ਕਿਉਂਕਿ ਮੈਂ ਪਹਿਲਾਂ ਹੀ ਬਾਹਰ ਸੀ ਨਾ ਕਿਤੇ, ਐ ਨਹੀਂ ਕਿ ਉਹ ਚਾਹੇ ਉਹ ਜੱਜ ਇਨਸਾਫ ਨਹੀਂ ਕਰਨਾ ਚਾਹੁੰਦਾ, ਇਨਸਾਫ ਕਰਨਾ ਚਾਹੁੰਦਾ, ਪਰ ਉਹਨੂੰ ਐ ਵੀ ਲੱਗੇ ਨਾ ਵੀ ਇਨਸਾਫ ਕਰਨਾ ਚਾਹੁੰਦਾ, ਕੋਈ ਇਹ ਨਾ ਸਵਾਲ ਨਾ ਖੜਾ ਕਰੇ, ਕੋਈ ਸਵਾਲ ਨਾ ਖੜਾ ਕਰੇ। ਪਰ ਇੱਥੇ ਆਰਾਮ ਨਾਲ ਸਾਰੀਆਂ ਤਰ੍ਹਾਂ ਉਹੀ ਜਿਹੀਆਂ ਨੇ, ਤਾਂ ਸਾਰੀਆਂ ਹੀ ਤਰ੍ਹਾਂ ਉਹੀ ਨੇ, ਤੇ ਨਾ ਕੇਵਲ ਤਰ੍ਹਾਂ ਸਰਕਾਰੀ ਤੌਰ ਤੇ ਉਹੀ ਨੇ, ਪ੍ਰਾਈਵੇਟ ਜਿਹੜੇ ਕਿਸਾਨਾਂ ਦੇ ਬੰਦੇ ਪਾਏ 5 ਬੰਦੇ 6 ਬੰਦੇ ਉਹ ਵੀ ਦੂਜੇ ਪਾਸੇ ਆਈ ਨੇ, ਔਰ ਇਸੇ ਤਰੀਕੇ ਦੇ ਨਾਲ ਜਿਹੜਾ ਅਫਸਰ ਪਾਏ 5 ਕੇਂਦਰੀ ਮੰਤਰਾਲਿਆਂ ਦੇ ਉਹ ਵੀ ਉਹੀ ਨੇ, ਜਿਹੜੀਆਂ 4 ਸਟੇਟਾਂ ਦੇ ਪਾਏ ਉਹ 'ਚ ਉੱਤਰੀ ਭਾਰਤ ਵਾਲੀ ਕੋਈ ਸਟੇਟ ਨਹੀਂ ਹੈ, ਬੜੇ ਸੂਬੇ ਪਾਏ ਨਹੀਂ ਖੇਤੀ, ਉਹਦੇ 'ਚ ਵੀ ਉਹ ਸਾਰੇ ਮਾਮਲੇ ਉਸੇ ਲੈਵਲ ਦੇ ਉੱਤੇ ਨੇ, ਔਰ ਉਹਦੇ 'ਚ ਇਹ ਲੱਗਦਾ ਵੀ ਕਲੀਅਰ ਕੱਟ ਪਤਾ ਹੀ ਆ ਕਮੇਟੀ ਦੀ ਰਿਪੋਰਟ ਕੀ ਆਉਣੀ ਹੈ। ਜੇ ਹੋਣ ਵਾਲੇ ਬੰਦੇ ਨੇ, ਮੈਂ ਇਹੀ ਜਾਣਨਾ ਕਮੇਟੀ ਦੀ ਰਿਪੋਰਟ ਹੈ, ਪਤਾ ਹੀ ਚਾਹੁੰਦਾ ਹਮੀਰ ਭਾਜੀ, ਹੁਣ ਇਸ ਮਸਲੇ ਦੇ ਉੱਤੇ 3 ਕੁਰਸੀਆਂ ਉਹਨਾਂ ਨੇ ਛੱਡੀਆਂ ਨੇ ਐਸਕੇਐਮ ਲਈ, ਹੁਣ 3 ਤਾਂ ਇਹ ਬਣੇਗੇ ਕਿ ਤਿੰਨੇ ਇੱਕ ਨੁਮਾਇੰਦਾ ਭੇਜਣਗੇ, ਜਾਂ ਹੁਣ ਇਹਨਾਂ ਦਾ ਨਾ ਹੀ ਕਰਤੀ ਅਸੀਂ ਭੇਜਣਾ ਹੀ ਨਹੀਂਗਾ। ਕੀ ਤੁਹਾਨੂੰ ਲੱਗਦਾ ਕਿ ਜਾਣਾ ਚਾਹੀਦਾ ਉਸ ਕਮੇਟੀ 'ਚ ਵੀ, ਚਾਹੇ ਉਹ ਕਮੇਟੀ ਸਰਕਾਰ ਪੱਖੀ ਬੋਲਦੀ ਹੈ ਕਿ ਉੱਥੇ ਜਾ ਕੇ ਆਪਣਾ ਤਰਕ ਰੱਖਣਾ ਚਾਹੀਦਾ, ਜਾਂ ਨਕਾਰ ਕੇ ਸਰ ਜੂਗਾ, ਕੱਲ੍ਹ ਨੂੰ ਉਹ ਰਿਪੋਰਟ ਆਪਣੇ ਆਪ ਲਾਗੂ ਕਰ ਦੇਣ, ਫਿਰ ਇੱਕ ਨਵਾਂ ਅੰਦੋਲਨ ਲਈ ਤਿਆਰ ਰਹਿਣਾ ਚਾਹੀਦਾ? ਨਹੀਂ, ਮੈਨੂੰ ਤਾਂ ਇਹ ਲੱਗਦਾ ਕਿ ਅਜੇ ਤਾਂ ਇਹਨਾਂ ਨੂੰ ਚਾਹੀਦਾ ਇਹ ਹੈ ਕਿ ਜਿਹੜਾ ਵੱਡਾ ਕਮੇਟੀ ਦਾ ਪੁਨਰ ਗਠਨ ਤਾਂ ਜ਼ਰੂਰ ਹੋ, ਉਹਦਾ ਕੋਈ ਬੈਲੈਂਸ ਬਣਨਾ ਚਾਹੀਦਾ। ਇਹ ਤੋਂ ਪਹਿਲਾਂ ਜਦੋਂ ਉੱਥੇ ਹੀ ਸੀਗਾ ਅੰਦੋਲਨ, ਜਦੋਂ ਇਹਨਾਂ ਤੋਂ ਨਾਮ ਮੰਗੇ ਜਾ ਰਹੇ ਸੀ, ਔਰ ਮੰਗਦੇ 'ਚ ਇਹਨਾਂ ਨੇ 2-3 ਸਿਲੈਕਟ ਵੀ ਕੀਤੇ ਕਰ ਲਏ ਸੀਗੇ ਵੀ ਚਲੋ ਇਹਨਾਂ ਨੂੰ ਭੇਜ ਦਿਓ, ਇਹਨਾਂ ਨੂੰ ਭੇਜ ਦਿਓ, ਉਦੋਂ ਤੱਕ ਤਾਂ ਇੱਕ ਮਾੜੀ ਮੋਟੀ ਸਹਿਮਤੀ ਸੀਗੀ, ਸਾਰੇ ਤਾਂ ਉਦੋਂ ਵੀ ਨਹੀਂ ਸੀ ਸਹਿਮਤ ਉੱਥੇ, ਪਰ ਦੂਜੇ ਇਸ ਲੈਵਲ ਦੇ ਉੱਤੇ ਸੀ। ਉਹਦੇ 'ਚ ਦੇਖੋ ਕੁਝ ਜਥੇਬੰਦੀਆਂ ਤਾਂ ਇਹੋ ਜਿਹੀਆਂ ਨੇ ਜਿਹੜੀਆਂ ਕਿਸੇ ਵੀ ਤਰ੍ਹਾਂ ਦੀ ਕਮੇਟੀ ਬਣਾ ਦਿਓ ਉਹਦੇ 'ਚ ਪੈਣ ਲਈ ਤਿਆਰ ਨਹੀਂ ਹੋਣਗੀਆਂ, ਖਾਸ ਤੌਰ 'ਤੇ ਜਿਹੜੀਆਂ ਲੈਫਟ ਨਾਲ ਸੰਬੰਧਿਤ ਮੇਨ ਜਥੇਬੰਦੀਆਂ ਨੇ। ਉਹਦਾ ਕਾਰਨ ਹੈ ਕਿਉਂਕਿ ਉਹ ਉਹੀ ਜੀ ਕਮੇਟੀ ਦਾ ਮੈਂਬਰ ਕਦੇ ਨਹੀਂ ਬਣਨਾ ਚਾਹੁੰਗੇ ਜਿਹੜਾ ਦਸਤਾਵੇਜ਼ ਬਣ ਗਏ ਵੀ ਤੁਸੀਂ ਵੀ ਤਾਂ ਨਾਲ ਸੀਗੇ, ਤੁਸੀਂ ਇਹਦੇ ਤੇ ਕਿਉਂ ਬਣੇ, ਅਸੀਂ ਸਰਕਾਰੀ, ਉਹ ਕਹਿੰਦੇ ਵੀ ਇਹ ਸਰਕਾਰ ਦਾ ਕੰਮ ਹੈ, ਸਾਡਾ ਕੰਮ ਅੰਦੋਲਨ ਕਰਨਾ, ਤੇ ਉਹ ਸਾਡਾ ਉਸ ਲੈਵਲ ਦਾ ਦੇ। ਕੁਝ ਜਥੇਬੰਦੀਆਂ ਇਹੋ ਜਿਹੀਆਂ ਨੇ ਜਿਹੜੀਆਂ ਕਾਲੀਆਂ ਵੀ ਰਹਿੰਦੀਆਂ, ਜਿਹੜੀਆਂ ਪਹਿਲਾਂ ਵੀ ਬਣਦੀਆਂ ਰਹੀਆਂ ਨੇ, ਮਤਲਬ ਕਮੇਟੀਆਂ ਸ਼ਾਮਲ ਹੁੰਦੀਆਂ ਰਹੀਆਂ ਨੇ। ਇੱਕ ਤਰੀਕਾ ਇਹ ਵੀ ਹੁੰਦਾ ਕਿ ਤੁਸੀਂ ਜਿਵੇਂ ਸਵਾਮੀਨਾਥਨ ਕਮਿਸ਼ਨ ਬਣਾਇਆ ਸੀ, ਸਵਾਮੀਨਾਥਨ ਕਮਿਸ਼ਨ 'ਚ ਕਿਸਾਨ ਲੀਡਰ ਵੀ ਸੀ, ਬਾਕੀ ਵੀ ਸੀ, ਸਾਰੇ ਇੱਕ ਕਮਿਸ਼ਨ ਦੀ ਰਿਪੋਰਟ ਆ ਗਈ, ਤੇ ਉਹ ਰਿਪੋਰਟ ਹੁਣ ਕਿਸਾਨਾਂ ਘੱਟੋ ਘੱਟ ਕੋਟ ਕਰਦੇ ਨੇ ਕਿ ਆਹ ਚੀਜ਼ ਹੈ। ਹਾਂ, ਜੇ ਕੋਈ ਕਮੇਟੀ ਬਰਾਬਰੀ ਦੀ ਬਣੇ, ਜਿਹੜੀ ਕਿ ਡਿਮਾਂਡ ਸੀ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੀ ਡਿਮਾਂਡ ਕੀ ਸੀ ਕਿ ਬਰਾਬਰ ਦੇ ਨੁਮਾਇੰਦੇ ਘੱਟੋ ਘੱਟ ਕਿਸਾਨਾਂ ਦੇ ਤੇ ਸਰਕਾਰੀ ਹੋਣ, ਇੱਕ ਨਿਊਟਰਲ ਬੰਦਾ ਉਹਦਾ ਚੇਅਰਮੈਨ ਹੋਵੇ, ਤੇ ਉਹਦੇ ਲਿਹਾਜ਼ ਨਾਲ ਫਿਰ ਚਰਚਾ ਜਿਹੜੀ ਇਸ ਲੈਵਲ ਦੀ ਹੋਣੀ ਚਾਹੀਦੀ ਹੈ। ਉਹ ਤਾਂ ਗਵਰਨਮੈਂਟ 'ਚ ਚਲੀ ਗਈ। ਤੇ ਦੂਜੀ ਗੱਲ, ਗਵਰਨਮੈਂਟ ਉਹਦੇ ਤੋਂ ਵੀ ਹਿੱਲ ਗਈ, ਜਿਹੜਾ ਹੁਣ ਲੋਕ ਸਭਾ ਦੇ ਵਿੱਚ ਖੇਤੀ ਮੰਤਰੀ ਨੇ ਖੜੇ ਹੋ ਕੇ ਕਹਿਤਾ ਕਿ ਅਸੀਂ ਇਹ ਕਦੇ ਦਿੱਤਾ ਹੀ ਨਹੀਂ ਗਰੰਟੀ ਕਿ ਅਸੀਂ ਇਹਨੂੰ ਕਾਨੂੰਨੀ ਜਾਮਾ ਵਿਚਾਰਾਂਗੇ। ਇਦੋਂ ਪਹਿਲਾਂ ਜਿਹੜਾ ਇਹਨਾਂ ਨਾਲ ਲਿਖਤੀ ਹੋਇਆ ਉਹਦੇ 'ਚ ਇੰਨੇ ਸ਼ਬਦ ਪਿਆ ਹੋਇਆ ਜ਼ਰੂਰ ਹੈ ਉਸ ਸਾਰੇ ਲੈਟਰ 'ਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੂੰ ਦਿੱਤਾ ਗਿਆ ਕਿ ਅਸੀਂ MSP ਯਕੀਨੀ ਬਣਾਉਣ ਵਾਸਤੇ ਕਮੇਟੀ ਬਣਾਵਾਂਗੇ, ਹੈ ਨਾ, ਯਕੀਨੀ ਬਣਾਉਣ ਵਾਸਤੇ। ਹੁਣ ਵਾਲੇ 'ਚ ਯਕੀਨੀ ਬਣਾਉਣ ਵਾਲਾ ਸ਼ਬਦ ਹੀ ਨਹੀਂ, ਹੁਣ ਵਾਲੇ 'ਚ ਇਹ ਕਹਿ ਰਿਹਾ ਕਿ ਇਹਨੂੰ ਪ੍ਰਭਾਵੀ ਤੇ ਪਾਰਦਰਸ਼ੀ ਬਣਾਉਣ ਵਾਸਤੇ ਬਣਾਵਾਂਗੇ। ਉਹ ਟਰਮੀਨੋਲੋਜੀ ਵੀ ਬਦਲ ਗਈ ਜਿਹੜੀ ਸਾਰੀ ਉਸ ਪੱਧਰ ਦੇ ਉੱਤੇ ਹੈ। ਇਸ ਕਰਕੇ ਗਵਰਨਮੈਂਟ ਤਾਂ ਉਹ ਤੋਂ ਪਿੱਛੇ ਜਾ ਹੀ ਰਹੀ ਹੈ। ਸਵਾਲ ਕੇਵਲ ਹੁਣ ਇਹ ਹੈ ਕਿ ਜਿਹੜੀ ਕਿਸਾਨ ਮੂਵਮੈਂਟ ਹੈ ਜਾਂ ਲੋਕ ਨੇ ਜਿਹੜੇ ਐਡੀ ਜਦੋਜਹਿਦ ਦੇ ਵਿੱਚ ਪੈਣਗੇ, ਕਿਉਂਕਿ ਇਹਦਾ ਬੜਾ ਵੱਡਾ ਦਾਇਰੇ ਤੋਂ ਇਹ ਵੱਡੀ ਲੰਮੀ ਲੜਾਈ ਹੈ। ਲੜਾਈ ਇਸ ਕਰਕੇ ਲੰਮੀ ਹੈ ਕਿ ਤੁਸੀਂ MSP ਤੇ ਸਾਰੀਆਂ ਫਸਲਾਂ ਖਰੀਦਣ ਦੀ ਗਰੰਟੀ ਦੇ ਰਾਹ 'ਚ ਰੋੜਾ ਜਿਹੜਾ ਹੈ ਉਹ ਇੱਕ ਬੜਾ ਵੱਡਾ WTO ਵੀ ਹੈ, ਔਰ ਪੀਸ ਕਲੌਜ਼ ਜਿਹੜੀ ਹੈ 2017 ਤੱਕ ਖਤਮ ਹੋ ਗਈ ਸੀ, ਉਹਦਾ ਮੁਕੱਦਮਾ ਚੱਲਦਾ ਇੱਕ ਉਸ ਮਾਮਲੇ ਦੇ ਵਿੱਚ ਕਿ ਉਹ ਲਾਗੂ ਹੋਵੇ ਜਾਂ ਨਾ, ਮਤਲਬ ਨਾ ਲਾਗੂ ਹੋਵੇ। ਔਰ ਉਹ ਸਾਰੇ ਇੰਟਰਨੈਸ਼ਨਲ ਇੱਕ ਪ੍ਰੈਸ਼ਰ ਦਾ ਕੁਐਸਚਨ ਹੈ ਕਿ ਭਾਰਤ ਬਾਕੀ ਦੇਸ਼ਾਂ ਨੂੰ ਨਾਲ ਲੈ ਕੇ ਕਿੰਨਾ ਕੁਝ ਤਬਦੀਲੀ ਕਰਾ ਸਕਦਾ, ਕਿੰਨਾ ਨਹੀਂ ਕਰਾ ਸਕਦਾ, ਉਹ ਬਹੁਤ ਵੱਡਾ ਮਾਮਲਾ ਹੈ। ਤੇ ਉਹ ਤਾਂ ਸਾਡੇ ਖੈਰ ਚਰਚਾ ਵੀ ਨਹੀਂ ਹੋ ਰਹੀ ਅਜੇ ਕਿ ਉਹ ਜਿਹੜਾ WTO ਦੀ ਪਾਲਿਸੀ ਹੈ ਉਹ ਪਾਲਿਸੀ ਕਿਵੇਂ ਸਾਡੇ ਪ੍ਰਭਾਵਿਤ ਕਰਦੀ ਹੈ ਕਿਸਾਨੀ ਨੂੰ, ਜਾਂ ਬਣਾ ਇਹ ਨੌਲੇਜ ਦੇਣੀ, ਇਹ ਲੋਕਾਂ ਦੇ ਵਿੱਚ ਲੈ ਕੇ ਜਾਣੀ, ਉਹ ਵੀ ਇੱਕ ਜ਼ਰੂਰੀ ਕੰਮ ਹੈ, ਜ਼ਰੂਰੀ ਪੱਖ ਹੈ। ਦੂਜੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਤਾਂ ਰਾਜ ਸਰਕਾਰਾਂ ਦੀ ਵੀ ਸਲਾਹ ਨਹੀਂ ਲੈ ਰਹੀ। ਪੰਜਾਬ ਦਾ ਨੁਮਾਇੰਦਾ ਨਹੀਂ, ਪੰਜਾਬ ਦਾ ਆਰਥਿਕ ਨੁਮਾਇੰਦਾ ਨਹੀਂ, ਕੋਈ ਖੇਤੀਬਾੜੀ 2006 ਤੋਂ ਬਾਅਦ
ਇੱਕ ਵੀ ਮੀਟਿੰਗ ਸੂਬਿਆਂ ਦੀ ਸਰਕਾਰਾਂ ਨਾਲ ਇਹ ਨਹੀਂ ਹੋਈ ਕਿ ਦੁਨੀਆ 'ਚ WTO ਦਾ ਜਿਹੜਾ ਖੇਤੀ ਤੇ ਅਸਰ ਪੈਣਾ ਹੈ, ਤੁਹਾਡਾ ਕੀ ਕਹਿਣਾ ਹੈ? 2006 ਤੋਂ ਬਾਅਦ 16 ਸਾਲ ਹੋ ਗਏ। ਉਹ ਇਹ ਕੋਆਪਰੇਟਿਵ ਫੈਡਰਲਿਜ਼ਮ ਹੈ। ਹਾਂ, ਤੇ ਤੁਸੀਂ ਜਿਹੜੇ ਸੂਬੇ ਜਿਨ੍ਹਾਂ ਨੇ ਕੁਝ ਹੁਣ ਬਹੁਤ ਸਾਰੇ ਸੂਬੇ ਤਾਂ ਇਹੋ ਜਿਹੇ ਨੇ ਜਿੱਥੋਂ ਬਾਹਰ ਜਾਣਾ ਹੀ ਨਹੀਂ, ਉਨੀ ਕੇ ਪੈਦਾਵਾਰ ਹੁੰਦੀ ਹੈ ਤੇ ਉਹਨੇ ਖਾਧੀ ਜਾਂਦੀ ਹੈ। ਸਭ ਤੋਂ ਜ਼ਿਆਦਾ ਪੁੱਛਣਾ ਕਿਹਨਾਂ ਤੋਂ ਹੁੰਦਾ ਹੈ? ਜਿਹਦਾ ਕੋਲ ਬਾਫਰ ਸਟਾਕ ਹੈ, ਜਿਨ੍ਹਾਂ ਨੇ ਦੇਣਾ, ਜਿਨ੍ਹਾਂ ਨੇ ਅੱਗੇ ਵੀ ਦੇਣਾ ਹੈ, ਬਾਕੀ ਜਗ੍ਹਾ ਵੀ ਜਾਣਾ ਹੈ, ਉਹਨਾਂ ਦੀ ਤੁਸੀਂ ਕੋਈ ਨੁਮਾਇੰਦਾ, ਕੋਈ ਗੱਲ ਨਹੀਂ, ਨਾ ਕੋਈ WTO ਦੇ ਮਾਮਲੇ 'ਚ ਕਮੇਟੀ 'ਚ ਨੁਮਾਇੰਦਾ, ਨਾ ਕੋਈ ਸੱਦ ਪੁੱਛ, ਨਾ ਕੋਈ ਗੱਲ, ਤੁਸੀਂ ਕਰ ਹੀ ਨਹੀਂ ਰਹੇ, ਮਨਮਾਨੀ ਕਰ ਰਹੇ ਹੋ। ਇੱਕ ਤਾਂ ਉਹ ਐਟੀਟਿਊਡ ਜਿਹੜਾ ਗਵਰਨਮੈਂਟ ਦਾ ਬਿਨਾਂ ਮੰਨੇ, ਪਹਿਲਾਂ ਵੀ 3 ਕਾਨੂੰਨ ਲਿਆਂਦੇ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਜਿਹੜੇ ਕਹਿੰਦੇ ਸੀ, ਉਹ ਵੀ ਨਾ ਕਿਸਾਨਾਂ ਨਾਲ ਚਰਚਾ ਕੀਤੀ ਤੇ ਨਾਲ ਸੂਬਿਆਂ ਨਾਲ ਚਰਚਾ ਕੀਤੀ। ਅਮੀਰ ਭਾਜੀ, ਇੱਕ ਚਰਚਾ ਇਹਦੇ ਨਾਲ ਇਹ ਜੁੜਦੀ ਹੈ ਕਿ ਇੱਕ ਪਾਸੇ ਇਹ ਚਿੱਠੀ ਤੋਂ ਸਾਫ਼ ਸੰਕੇਤ ਹੈ, ਤੋਮਰ ਦੇ ਬਿਆਨ ਤੋਂ ਸੰਕੇਤ ਹੈ ਕਿ ਕੇਂਦਰ ਦੀ ਮਨਸ਼ਾ ਨਹੀਂ ਹੈ ਸਾਰੀਆਂ ਫਸਲਾਂ ਤੇ MSP ਦੇਣ ਦੀ, ਜਾਂ ਕਾਨੂੰਨੀ ਤੌਰ ਤੇ ਦੇਣ ਦੀ ਮਨਸ਼ਾ ਨਹੀਂ ਹੈ। ਐਲਾਨ ਤਾਂ ਹਰ ਵਾਰੇ ਹੁੰਦਾ, ਪਰ ਕੀ ਪੰਜਾਬ ਦੀਆਂ ਜਥੇਬੰਦੀਆਂ ਦੀ ਮਨਸ਼ਾ ਹੈ MSP ਲੈਣ ਦੀ? ਇਹ ਵੀ ਇੱਕ ਚਰਚਾ ਅੰਦੋਲਨ 'ਚ ਵੀ ਚੱਲਦੀ ਰਹੀ ਹੈ ਚਰਚਾ, ਤੇ ਹੁਣ ਇੱਕ ਵਾਰ ਫਿਰ ਪੱਕੀ ਹੈ ਕਿ ਇਹ ਇਸ ਲਈ ਪੈਰ ਤਾਂ ਨਹੀਂ ਪਿਛਾਂ ਨੂੰ ਖਿੱਚਦੇ ਰਹਿੰਦੇ ਕਿ MSP ਆਪਾਂ ਲੈ ਕੇ ਕਰਨਾ, ਉਹਦੇ ਨਾਲ ਕਹਿੰਦੇ ਜੀ ਸੂਬੇ ਦਾ ਨੁਕਸਾਨ ਹੋ ਜਾਣਾ, 2 ਫਸਲਾਂ ਹੁਣ ਚੱਕ ਹੁੰਦੀਆਂ ਫਿਰ ਉਹ ਵੀ ਨਹੀਂ ਚੱਕ ਹੋਣੀਆਂ, ਜਾਂ ਬਦਲਵੀਂ ਫਸਲ ਵੱਲ ਜਾਣਾ ਹੀ ਨਹੀਂ ਚਾਹੁੰਦੇ ਕਿ ਅਸੀਂ ਜੇ ਬਾਕੀ ਫਸਲਾਂ ਬੀਜਾਂਗੇ ਤਾਂ ਉਹ ਵੀ ਚੱਕ ਹੋਣਗੀਆਂ। ਇਹਦੇ ਵੀ ਇੱਕ ਚਰਚਾ ਹੈਗੀ। ਨਹੀਂ, ਪੰਜਾਬ ਦਾ ਤਾਂ ਮਾਮਲਾ ਹੀ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰਤ MSP ਦੀ ਗਰੰਟੀ ਪੰਜਾਬ ਨੂੰ ਹੈ। ਔਰ ਜੇ ਇਹੀ 2 ਫਸਲਾਂ ਰਹੀਆਂ ਤਾਂ 10 ਸਾਲ ਤੋਂ 15 ਸਾਲ ਤੋਂ ਬਾਅਦ ਫਸਲੇ ਨਾ ਹੋਈ ਤਾਂ ਕੀ ਕਰੋਗੇ? ਕਿਹਾ ਜਾਂਦਾ 2036 ਤੱਕ ਪੰਜਾਬ ਬੰਜਰ ਹੋਣ ਜਾ ਰਿਹਾ, ਜਿਹੜੇ ਇੱਕ ਭਵਿੱਖਬਾਣੀ ਵਿਗਿਆਨੀ ਜਿਹੜੇ ਦਿੰਦੇ ਨੇ। ਜੇ ਪਾਣੀ ਨਾ ਰਿਹਾ ਤੇ ਫਸਲ ਨਾ ਕੋਈ ਹੋਈ ਤਾਂ ਕੀ ਕਰਨਾ? ਔਰ ਇਹ ਨਹੀਂ ਕਿ ਪੰਜਾਬ ਨੂੰ ਮਿਲ ਰਹੀ ਹੈ ਤੇ ਇਸ ਲਈ ਚੁੱਪ ਕਰ ਜਾਓ, ਸਗੋਂ ਨੰਬਰ 1 ਪੰਜਾਬ ਦੀ ਲੋੜ ਹੈ ਦੂਜੀਆਂ ਫਸਲਾਂ ਦੀ। ਮੈਂ ਇਹੀ ਤਾਂ ਹੀ ਜਾਣਨਾ ਚਾਹੁੰਦਾ ਕਿ ਪੰਜਾਬ ਦੀਆਂ ਜਥੇਬੰਦੀਆਂ ਪੈਰ ਪਿਛਾਂ ਖਿੱਚਦੀਆਂ ਮਹਿਸੂਸ ਹੁੰਦੀਆਂ ਨੇ। ਅੰਦੋਲਨ ਦੌਰਾਨ ਵੀ ਚਰਚਾ ਨਿਕਲ ਕੇ ਆਉਂਦੀ ਸੀ ਕਿ ਉਹ ਕਹਿੰਦੀਆਂ ਕਿ ਰਹਿਣ ਦਿਓ ਆਪਾਂ MSP, ਜਦੋਂ ਕਿ ਲੋੜ ਹੈ। ਮੈਨੂੰ ਤਾਂ ਲੱਗਦਾ ਲੰਮੇ ਸਮੇਂ 'ਚ ਪੰਜਾਬ ਨੂੰ ਦੂਜਿਆਂ ਨਾਲੋਂ ਵੀ ਜ਼ਿਆਦਾ ਹੈ। ਕਿਉਂਕਿ ਅਸੀਂ ਜੇ ਹੁਣ ਖੇਤੀ ਇਕੱਲੀ ਇੰਨੀ ਨਹੀਂ ਕਿ ਤੁਹਾਡੀ ਆਮਦਨ ਦਾ ਸਵਾਲ ਹੈ, ਤੁਹਾਡਾ ਪਾਣੀ, ਤੁਹਾਡੀ ਆਬੋ ਹਵਾ, ਤੁਹਾਡਾ ਮਿੱਟੀ ਦੀ ਜਿਹੜਾ ਜਰਖੇਜ ਹੈ, ਤੁਹਾਡੀ ਹੋਂਦ ਦਾ ਸਵਾਲ ਹੈ। ਇਕੱਲਾ ਉਹਦੇ ਨਾਲ ਨਹੀਂ, ਜੇ ਬਾਕੀ ਫਸਲਾਂ ਦਾ ਜਿਹੜੀਆਂ ਬਦਲਵੀਆਂ ਫਸਲਾਂ ਨੇ ਉਹਦੇ ਕਾਨੂੰਨੀ ਗਰੰਟੀ ਹੋਏਗੀ ਉਹਨਾਂ ਦੇ MSP ਦੀ, ਤਾਂ ਸਾਡਾ ਖਹਿੜਾ ਝੋਨੇ ਤੋਂ ਛੁੱਟੂਗਾ। ਨਹੀਂ ਤਾਂ ਛੋਟਾ ਜਿਹੜਾ ਆਮ ਕਿਸਾਨ ਹੈ ਉਹਦੇ ਤੋਂ ਬਦਲ ਨਹੀਂ ਸਕਦਾ ਛੇਤੀ ਕੀਤਿਆਂ, ਔਰ ਉਹ ਛੇਤੀ ਕੀਤਿਆਂ ਬਦਲ ਇਸ ਕਰਕੇ ਨਹੀਂ ਸਕਦਾ ਕਿਉਂਕਿ ਉਹ ਜਿੰਨੀ ਆਮਦਨ ਘਟੂਗੀ ਉਹਦੀ ਭਰਪਾਈ ਕੌਣ ਕਰੂਗਾ? ਔਰ ਇਹ ਸਭ ਤੋਂ ਬੜਾ ਸਵਾਲ ਹੈ ਸਾਡੇ ਸਾਹਮਣੇ। ਇਸੇ ਕਰਕੇ ਇਹ ਹੈ ਕਿ ਸਾਡੀਆਂ ਜਥੇਬੰਦੀਆਂ ਨੂੰ ਵੀ ਉਹਨੂੰ MSP ਦਾ ਜਿਹੜਾ ਕਾਨੂੰਨੀ ਜੰਮ ਹੈ ਉਹਨੂੰ ਬੜੇ ਵੱਡੇ ਪੱਧਰ ਦੇ ਉੱਤੇ ਸਹਿਮਤੀ ਤੇ ਜਾਣਾ ਪਏਗਾ, ਤੇ ਉਹਦੇ ਲਈ ਬੜੀ ਵੱਡੀ ਲੰਮੀ ਲੜਾਈ ਲੜਨ ਦਾ ਜਿਹੜਾ ਕੁਐਸਚਨ ਹੈ ਉਸ ਪਾਸੇ ਵੱਲ ਇਹੀ ਸਵਾਲ ਖੜਾ ਕਿ ਕੀ ਅੰਦੋਲਨ ਫਿਰ ਖੜਾ ਹੋਣ ਵਾਲੇ ਵੱਲ ਨੂੰ ਵੱਧ ਰਿਹਾ, ਤੇ ਕੀ ਜਥੇਬੰਦੀਆਂ ਉਹ ਭੂਮਿਕਾ 'ਚ ਹੈਗੀਆਂ, ਜਾਂ ਜਥੇਬੰਦੀਆਂ ਨੂੰ ਪਰੇ ਕਰਕੇ ਅੰਦੋਲਨ ਇੱਕ ਵਾਰ ਫਿਰ ਨਵਾਂ ਖੜਾ ਹੋ ਸਕਦਾ? ਨਹੀਂ, ਦੇਖੋ ਅੰਦੋਲਨ ਤਾਂ ਇਸ ਕਰਕੇ ਅੰਦੋਲਨ ਕਿਉਂ ਪੈਦਾ ਹੁੰਦਾ? ਅੰਦੋਲਨ ਹਾਲਾਤ 'ਚੋਂ ਪੈਦਾ ਹੁੰਦਾ, ਔਰ ਹਾਲਾਤ ਇਹੋ ਜਿਹੇ ਹੈਗੇ ਨੇ ਪਹਿਲਾਂ ਨਾਲੋਂ ਕੋਈ ਮਤਲਬ ਚੰਗੇ ਨਹੀਂ ਹੈ, ਬਦਲੇ ਨਹੀਂ ਹੈ। ਬਦਲਿਆ ਤਾਂ ਇਹਨਾਂ ਨੇ ਉਹ ਕਾਨੂੰਨ ਲਾਗੂ ਨਹੀਂ ਹੋਏ, ਬਾਕੀ ਚੀਜ਼ਾਂ ਤਾਂ ਉਵੇਂ ਹੀ ਨੇ, ਉਸੇ ਤਰੀਕੇ ਨਾਲ ਮੰਡੀ, ਉਸੇ ਤਰੀਕੇ ਨਾਲ ਬਾਕੀ ਸਾਰਾ ਕੁਝ, ਬਲਕਿ ਉਹ ਹੋਰ ਚੀਜ਼ਾਂ ਨੇ ਬਹਾਨੇ ਲਿਆ ਰਹੇ ਨੇ ਸਾਰੀਆਂ। ਤੇ ਜਿਹੜਾ ਦਬਾਅ ਹੈ, ਕਰਜ਼ਾ ਕਿਸਾਨਾਂ ਤੇ ਮਜ਼ਦੂਰਾਂ ਸਿਰ ਉਰਦੂ ਜ਼ਿਆਦਾ ਹੈ, ਕਰਜ਼ੇ ਦੇ ਬੋਝ ਹੇਠ ਖੁਦਕਸ਼ੀਆਂ ਉਵੇਂ ਹੀ ਹੋ ਰਹੀਆਂ ਨੇ, ਉਹ ਕਿਤੇ ਨਹੀਂ ਰੁਕ ਰਹੀਆਂ। ਉਹ ਸਾਰਾ ਜਿਹੜਾ ਇੱਕ ਮਾਹੌਲ ਟੋਟਲ ਹੈ ਕਿ ਭਵਿੱਖ ਦੇ ਜਿਹੜੇ ਹੋਂਦ ਦਾ ਸਵਾਲ ਹੈ, ਉਹਦੇ ਵਾਸਤੇ ਅੰਦੋਲਨ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਹੈ ਨਾ। ਉਹ ਵੀ ਜਨਤਕ ਅੰਦੋਲਨ, ਵੱਡਾ ਅੰਦੋਲਨ ਜਿਹੜਾ ਸਰਕਾਰਾਂ ਨੂੰ ਮਜਬੂਰ ਕਰ ਸਕੇ ਇਸ ਲੈਵਲ ਦੇ ਉੱਤੇ। ਹੁਣ ਕੀ ਇਹ ਜਥੇਬੰਦੀਆਂ ਉਹਦੇ ਹਾਣ ਦੀਆਂ ਬਣਨਾ ਚਾਹੁੰਦੀਆਂ? ਬਸ ਮੈਂ ਇਹੀ ਜਾਣਨਾ ਚਾਹੁੰਦਾ ਕੀ ਉਹਦੇ ਹਾਣ ਦੀਆਂ ਜਿੱਡਾ ਮਰਜ਼ੀ ਕੋਈ ਦਾਅਵਾ ਕਰੇ, ਕੱਲੀ ਜਥੇਬੰਦੀ ਵੱਡੀ ਹੈ, ਛੋਟੀ ਹੈ, ਵਿਚਾਰਧਾਰਾ ਮੇਰੀ ਸਹੀ ਹੈ, ਦੂਜੇ ਦੀ ਗਲਤ ਹੈ, ਕੋਈ ਅੱਜ ਦੇ ਦੌਰ 'ਚ ਇਮੀਡੀਏਟ ਜਵਾਬ ਦੇਣ ਜੋਗੀ ਕੋਈ ਜਥੇਬੰਦੀ ਨਹੀਂ। ਜਿੱਡੀ ਮਰਜ਼ੀ ਕੋਈ ਆਪਣੇ ਨੂੰ ਕੋਈ ਗੱਲ ਕਰੇ, ਜਿਹੜੀ ਉਹ ਪਿਓਰੀਫਿਕੇਸ਼ਨ ਆ ਵੀ ਅਸੀਂ ਤਾਂ ਐਂ ਕਰਦੇ ਹਾਂ, ਉਹਨਾਂ ਨੂੰ ਰੀਥਿੰਕ ਕਰਨਾ ਪਏਗਾ। ਬਲਕਿ ਜਿੱਡਾ ਕੋਈ ਤਾਕਤਵਰ ਹੁੰਦਾ ਉਹਦੀ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਕੱਠ ਕਰਨ ਦੀ ਦੂਜਿਆਂ ਨੂੰ, ਕਿਉਂਕਿ ਦੂਜੇ ਉਹਦੇ ਪ੍ਰਭਾਵ 'ਚ ਆ ਜਾਂਦੇ ਨੇ। ਇਸ ਕਰਕੇ ਜਿੰਨਾ ਕੁ ਕੋਈ ਵੱਡਾ ਲੀਡਰ ਆਪਣੇ ਆਪ ਨੂੰ ਸਮਝਦਾ, ਜਿੱਡੀ ਕੋਈ ਜਥੇਬੰਦੀ ਆਪਣੇ ਆਪ ਨੂੰ ਵੱਧ ਪ੍ਰਭਾਵ ਵਾਲੀ ਸਮਝਦੀ ਹੈ, ਉਹਦਾ ਤਰਜੀਹੀ ਕੰਮ ਇਹ ਹੋਣਾ ਚਾਹੀਦਾ ਕਿ ਕਿਵੇਂ ਸਭ ਦਾ ਇਕੱਠ ਕੀਤਾ ਜਾਏ। ਸਭ ਦੇ ਇਕੱਠ ਤੋਂ ਬਿਨਾਂ ਲੋਕਾਂ 'ਚ ਅੰਦੋਲਨ ਦਾ ਜਿਹੜਾ ਜਜ਼ਬਾਤ ਹੈ ਉਹ ਵਿਕਸਿਤ ਨਹੀਂ ਹੁੰਦਾ। ਨਹੀਂ ਤੁਸੀਂ ਛੋਟੇ ਛੋਟੇ ਕੰਮ ਤਾਂ ਕਰ ਸਕਦੇ ਹੋ, ਆਹ ਛੋਟਾ ਜਿਹਾ ਇੱਕ ਕਿਸਾਨ ਦੀ ਕੁਰਕੀ ਰੁਕਵਾ ਲਈ, ਇੱਕ ਕਿਸਾਨ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, 4 ਜਿਹੜੇ ਤਬਦੀਲੀ ਦੇ ਪਾਲਿਸੀ ਲੈਵਲ ਦੇ ਮਾਮਲੇ ਨੇ, ਸਾਰਿਆਂ ਨੂੰ ਜਿਹੜੇ ਪ੍ਰਭਾਵਿਤ ਵੱਡੇ ਤਬਦੀਲੀ ਦੇ ਮਾਮਲੇ ਨੇ ਜਿਹੜੇ, ਉਹਦੇ ਲਈ ਵੱਡੇ ਅੰਦੋਲਨਾਂ ਦੀ ਲੋੜ ਪੈਂਦੀ ਹੈ। ਬਲਕਿ ਮਜ਼ਦੂਰਾਂ ਦੀ ਵੀ, ਜਿਹੜੇ ਪਿਛਲੇ ਅੰਦੋਲਨ 'ਚ ਕਮਜ਼ੋਰੀ ਰਹਿ ਗਈ ਕਿ ਮਜ਼ਦੂਰ ਨੂੰ ਉਸ ਤਰੀਕੇ ਨਾਲ ਨਹੀਂ ਲਾ ਸਕੇ ਜਿੰਨਾ ਚਾਹੀਦਾ, ਜਿੰਨੀ ਉਹਦੀ ਗਿਣਤੀ ਚਾਹੀਦੀ ਹੈ। ਇਸੇ ਕਰਕੇ ਜਥੇਬੰਦੀਆਂ ਨੂੰ ਉਸ ਪਾਸੇ ਵੀ ਜਾਣਾ ਪਏਗਾ ਕਿ ਜਿਹੜਾ ਦਲਿਤ ਮਜ਼ਦੂਰ ਹੈ, ਜਿਹਦੀ ਗੱਲ ਕਿਸਾਨੀ ਦੇ ਵਿੱਚ ਵੀ ਕਈ ਵਾਰ ਨਹੀਂ ਹੁੰਦੀ, ਤੇ ਜਦੋਂ ਫਸਲ ਮਰ ਜਾਂਦੀ ਹੈ ਫਸਲ ਦੇ ਮੁਆਵਜ਼ੇ ਦੀ ਗੱਲ ਜ਼ਿਆਦਾ ਹੁੰਦੀ ਹੈ, ਤੇ ਜਿਹੜਾ ਉਹ ਬੇਜ਼ਮੀਨਾ ਬੰਦਾ ਜਿਹਦੇ ਕੋਲ ਦਿਹਾੜੀ ਵੀ ਨਹੀਂ ਹੈ ਮੁੜ ਕੇ, ਉਹਦੀ ਵੀ ਗੱਲ ਨਾਲ ਹੋਣੀ ਚਾਹੀਦੀ ਹੈ ਸਾਰੀ ਉਸੇ ਪੱਧਰ ਦੇ ਉੱਤੇ। ਔਰ ਇਹ ਇਕੱਠਾ ਇੱਕ ਜਿਹੜਾ ਕਿਸਾਨ ਮਜ਼ਦੂਰ ਦਾ ਇੱਕ ਓਵਰਆਲ ਇੱਕ ਗਰੁੱਪ ਹੈ ਵੱਡਾ, ਜਿਹੜਾ ਖੇਤੀ ਦੀ ਅਰਥ ਵਿਵਸਥਾ 'ਤੇ ਨਿਰਭਰ ਹੈ,
ਤੇ ਬਲਕਿ ਖੇਤੀ ਅਰਥ ਵਿਵਸਥਾ ਤੇ ਨਿਰਭਰ ਹੋਰ ਵੀ ਵਰਗ ਜਿਹੜੇ ਨੇ ਉਹਨਾਂ ਨੂੰ ਸਮੂਹਿਕ ਤੌਰ ਤੇ ਉਹਨਾਂ ਸਾਰੀਆਂ ਜਥੇਬੰਦੀਆਂ ਸਾਰੇ ਵਰਗਾਂ ਨੂੰ ਇਕਜੁੱਟ ਕਰਨ ਦੀ ਲੋੜ ਪਏਗੀ। ਔਰ ਉਹ ਅਜੇ ਇਮੀਡੀਏਟ ਕਿਸੇ ਜਥੇਬੰਦੀ ਨੇ ਕਾਲ ਨਹੀਂ ਦਿੱਤੀ ਹੋਈ, ਕੋਈ ਇੱਕ ਸਾਂਝੀ ਕਾਲ ਦਿੱਤੀ ਹੋਵੇ ਇਸ ਮਾਮਲੇ ਤੇ ਵੀ ਆਓ ਇਕੱਠੇ ਹੋਈਏ ਆ ਕਮੇਟੀ ਦੇ ਮਾਮਲੇ ਦੇ ਉੱਤੇ, ਲਖੀਮਪੁਰ ਖੀਰੀ ਦੇ ਮਾਮਲੇ ਦੇ ਉੱਤੇ। ਹੁਣ ਮੈਨੂੰ ਲੱਗਦਾ ਜੇ ਹੋਰ ਸਗੋਂ ਇਹ ਲੱਗੀ ਜਿਹੜੇ 2-3 ਗਰੁੱਪ ਬਣ ਗਏ ਨਾ ਕਿ ਆਪਾਂ ਮੈਂ ਸੱਦਾ ਦੇਵਾਂਗਾ। ਹੁਣ ਇੱਕ ਜਥੇਬੰਦੀਆਂ ਨੇ 31 ਜੁਲਾਈ ਨੂੰ ਦਿੱਤਾ ਹੋਇਆ, ਠੀਕ ਹੈ, ਤੇ 31 ਜੋ ਦੂਜੇ ਨੇ 28 ਨੂੰ ਦੇਤਾ ਜੀ ਜੋ ਰੋਡ ਬੰਦ ਕਰਾਂਗੇ ਤੇ ਬਾਕੀ ਹੈ ਆਪਣੀ ਸ਼ਕਤੀ ਪ੍ਰਦਰਸ਼ਨ ਸ਼ੁਰੂ ਹੋ ਗਏ, ਸ਼ਕਤੀ ਪ੍ਰਦਰਸ਼ਨ ਸ਼ੁਰੂ ਹੋ ਗਏ ਨਾ। ਕਿਸੇ ਨੇ ਬੇਰਾ ਮੱਟੇ ਨਹੀਂ ਪੁੱਛਣਾ ਹੈ ਕੱਲੇ ਨੂੰ, ਜਿਹਨੂੰ ਮਰਜ਼ੀ ਤੁਸੀਂ ਕਰਦੇ ਰਹੋ। ਤੁਸੀਂ ਐਡੇ ਵੱਡੇ ਪੈਗੰਬਰੀ ਰੂਪ ਨਹੀਂ ਹੈ ਤੁਹਾਡਾ ਕਿ ਲੋਕ ਤੁਹਾਡਾ ਸਤਿਕਾਰ ਕਰਦੇ ਨੇ। ਲੋਕ ਇਹ ਦੇਖਦੇ ਸੀ ਚਲੋ ਮੂਹਰੇ ਲੀਡਰ ਹੈਗੇ ਨੇ, ਠੀਕ ਹੈ ਜੀ ਆਪਾਂ ਇਹਨਾਂ ਦੀ ਅਗਵਾਈ 'ਚ ਚੱਲਦੇ ਆ, ਪਰ ਉਹੇ ਜੇ ਬਣਨਾ ਪਏਗਾ ਉਹ ਹਉਮੈ ਛੱਡ ਕੇ ਔਰ ਇੱਕ ਸਾਂਝੀਆਂ ਮੀਟਿੰਗਾਂ ਕਰਕੇ ਉਹਦੇ ਤੋਂ ਐਲਾਨ ਸਾਂਝੇ ਅੰਦੋਲਨ ਦਾ ਹੀ ਕਰਨਾ ਪਏਗਾ। ਚਾਹੇ ਅੰਦੋਲਨ ਦਾ ਉਹ ਰੂਪ ਨਾ ਹੋਵੇ, ਉਹਦਾ ਬਦਲਿਆ ਕੋਈ ਰੂਪ ਹੋਊਗਾ। ਇੱਕ ਅੰਦੋਲਨ ਹੌਲੀ ਹੌਲੀ ਮਤਲਬ ਇਵੋਲਵ ਹੁੰਦੇ ਨੇ, ਵਿਕਸਿਤ ਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਪਰ ਸਭ ਤੋਂ ਪਹਿਲੀ ਸ਼ਰਤ ਜਿਹੜੀ ਹੈ, ਇਹਨਾਂ ਆ ਸਾਰੇ ਖੇਤੀ ਦੇ ਮਾਡਲ ਵੀ ਉਹਦੇ ਵਿੱਚ ਸ਼ਾਮਲ ਹੈ, ਖੇਤੀ ਦੀ ਕਮੇਟੀ ਵੀ ਉਹਦੇ ਵਿੱਚ ਸ਼ਾਮਲ ਹੈ ਤੇ ਬਾਕੀ ਦੀਆਂ ਚੀਜ਼ਾਂ ਵੀ ਉਹਦੇ ਵਿੱਚ ਸ਼ਾਮਲ ਨੇ। ਇਹਦਾ ਇੱਕ ਨਕਸ਼ਾ ਬਣਾ ਕੇ, ਖਾਕਾ ਬਣਾ ਕੇ ਉਹਦੇ ਤੇ ਜਦੋਜਹਿਦ ਕਰਨਾ। ਤੇ ਪੰਜਾਬ ਸਰਕਾਰ ਨੂੰ ਵੀ ਤਾਂ ਘੱਟੋ ਘੱਟ ਕਹਿਣਾ ਚਾਹੀਦਾ 75ਵੇਂ ਸਾਲ 'ਚ ਇੱਕ ਵੀ ਖੇਤੀਬਾੜੀ ਪਾਲਿਸੀ ਸਾਡੀ ਕਿੱਥੇ ਹੈ। ਜੇ ਤੁਹਾਡੇ ਕੋਲ ਅੱਜ ਤੱਕ ਖੇਤੀਬਾੜੀ ਪਾਲਿਸੀ ਨਹੀਂ ਤਾਂ ਡੰਗ ਟਪਾਊ ਨੀਤੀ ਨਾਲ ਖੇਤੀ ਨੂੰ ਚਲਾ ਰਹੇ ਹੋ ਤੁਸੀਂ, ਇਹ ਕਿਵੇਂ ਚੱਲੂਗੀ? ਮਤਲਬ ਪਾਲਿਸੀ ਲੈਵਲ ਦੇ ਫੈਸਲਿਆਂ ਤੇ ਵੀ ਤਾਂ ਜ਼ੋਰ ਦੇਣ ਦੀ ਲੋੜ ਹੈ ਨਾਲ ਦੀ ਨਾਲ। ਬਿਲਕੁਲ, ਡੰਗ ਟਪਾਊ ਤਰੀਕੇ ਨਾਲ ਕਦੋਂ ਤੱਕ ਚੱਲੇਗਾ ਦੇਸ਼, ਇਹ ਆਪਣੇ ਆਪ 'ਚ ਸਵਾਲ ਹੈ ਕਿ 75 ਸਾਲਾਂ 'ਚ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਕੋਲ ਵੀ ਆਪਣੀ ਕੋਈ ਖੇਤ ਪਾਲਿਸੀ ਨਹੀਂ। ਔਰ ਜਦੋਂ ਦਿੱਲੀ ਨਾਲ ਆਡੇ ਦੀ ਗੱਲ ਆਉਂਦੀ ਆ, ਉਹ ਕਮੇਟੀ ਦੇ ਰੂਪ 'ਚ, ਚਿੱਠੀ ਦੇ ਰੂਪ 'ਚ ਇੱਕ ਨਵੇਂ ਢੰਗ ਨਾਲ ਫਿਰ ਕਾਨੂੰਨਾਂ ਨੂੰ ਸਾਹਮਣੇ ਲਿਆਉਣ ਦੀ ਕਵਾਇਦ ਵਿੱਚ ਨੇ। ਔਰ ਹਮੀਰ ਭਾਜੀ ਨੇ ਸਾਫ਼ ਕਿਹਾ ਕਿ ਭਾਈ ਜੇ ਮੂਹਰੇ ਹੋ ਕੇ ਤੁਰਨ ਦੀ ਇੱਛਾ ਹੈ ਤਾਂ ਫਿਰ ਓਡੇ ਵੱਡੇ ਕੱਦ ਵੀ ਕਰੋ। ਇੱਕ ਸੁਰ ਦੇ ਵਿੱਚ ਕਾਲ ਅਜੇ ਤੱਕ ਕਿਉਂ ਨਹੀਂ ਕੋਈ ਦੇ ਪਾਇਆ ਕਿ ਇਸ ਮਸਲੇ 'ਤੇ ਅਸੀਂ ਇੱਕ ਮੇਜ਼ 'ਤੇ ਇਕੱਠੇ ਹੋ ਪਾਈਏ। ਸੋ ਕਿਸਾਨ ਜਥੇਬੰਦੀਆਂ ਨੂੰ ਆਪਣੇ ਅਕਸ ਵੀ ਸ਼ੀਸ਼ੇ 'ਚ ਵੇਖਣੇ ਪੈਣੇ ਨੇ, ਉਹ ਆਪਣਾ ਕਿਰਦਾਰ ਵੀ ਵੇਖਣਾ ਪੈਣਾ, ਆਪਣੀ ਭੂਮਿਕਾ ਵੀ ਵੇਖਣੀ ਪੈਣੀ ਆ। ਉਹ ਇਹ ਨਾ ਸੋਚਣ ਕਿ ਹਾਂ ਲੋਕ ਹੁਣ ਹਰ ਗੱਲ ਦੇ ਉੱਤੇ ਭਰੋਸਾ ਕਰਨਗੇ। ਸੋ ਜੇਕਰ ਕੇਂਦਰ ਆਪਣੀਆਂ ਚਾਲਾਂ ਚੱਲ ਰਿਹਾ ਤਾਂ ਉਹਦੀਆਂ ਚਾਲਾਂ ਦਾ ਤੋੜਮਾ ਜਵਾਬ ਦੇਣ ਲਈ ਪਹਿਲਾਂ ਇਕਜੁੱਟ ਹੋਣਾ ਜ਼ਰੂਰੀ ਆ। ਇਸੇ ਨੂੰ ਲੈ ਕੇ ਚਰਚਾ ਹਾਜ਼ਰ ਸੀ। ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।